ਸਤ ਕਰਤਾਰ ਟੀਵੀ ਦੇਖ ਰਹੇ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਅੰਦੋਲਨ, ਜੋ ਕਿ ਅੱਜ ਦਾ ਬਹੁਤ ਹੀ ਜ਼ਿਆਦਾ ਭਖਦਾ ਮਸਲਾ ਹੈ। ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਇਸ ਵੇਲੇ ਸਾਡੇ ਨਾਲ ਸਰਦਾਰ ਸ਼ਮਸ਼ੇਰ ਸਿੰਘ ਜੀ ਅੰਮ੍ਰਿਤਸਰ ਵਾਲੇ ਤੇ ਭਾਈ ਜਸਵਿੰਦਰ ਸਿੰਘ ਜੀ ਪਾਸਲਾ ਸਾਡੇ ਕੋਲ ਪਹੁੰਚੇ ਨੇ। ਹਾਂਜੀ, ਸਤ ਕਰਤਾਰ ਟੀਵੀ ਪਹੁੰਚਣ ਤੇ ਤੁਹਾਡਾ ਦੋਨਾਂ ਦਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ ਜੀ। ਤੇ ਜੋ ਅੱਜ ਦਾ ਵਿਸ਼ਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਇਸ ਵੇਲੇ ਜੋ ਪਿਛਲੇ 58 ਦਿਨ ਤੋਂ ਕਿਸਾਨ ਅੰਦੋਲਨ ਜਿਹੜਾ ਦਿੱਲੀ 'ਚ ਇਸ ਵੇਲੇ 4 ਬਾਰਡਰਾਂ ਦੇ ਉੱਪਰ ਚੱਲ ਰਿਹਾ, ਲੇਕਿਨ ਇੰਨੀ ਠੰਡ ਦੇ ਵਿੱਚ ਜਿਹੜੇ ਕਿਸਾਨ, ਸਾਡੀਆਂ ਮਾਤਾਵਾਂ ਭੈਣਾਂ, ਬੱਚੇ ਉਸ ਠੰਡ 'ਚ ਬੈਠੇ, ਕੜਾਕੇ ਦੀ ਠੰਡ 'ਚ ਬੈਠੇ ਆਪਣੇ ਹੱਕਾਂ ਦੀ ਰਾਖੀ ਵਾਸਤੇ ਉੱਥੇ ਉਹ ਬੈਠੇ ਨੇ। ਲੇਕਿਨ ਸਰਕਾਰ ਜਿਹੜੀ ਉਹ ਟਸ ਤੋਂ ਮਸ ਨਹੀਂ ਹੋ ਰਹੀ, ਬਲਕਿ ਉਹਨਾਂ ਦੀਆਂ ਮੰਗਣ ਦੀ ਬਜਾਏ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਉਹਨਾਂ ਨੂੰ ਥਕਾਇਆ ਜਾ ਰਿਹਾ ਹੈ। ਉਹਨਾਂ ਦੇ ਨਾਲ ਜਿਹੜੀ ਉਹ ਸਿਆਸੀ ਗੇਮ ਜਿਹੜੀ ਉਹ ਖੇਡਣ ਦੀ ਉਹ ਕੋਸ਼ਿਸ਼ ਕਰ ਰਹੇ ਨੇ। ਮੀਟਿੰਗਾਂ ਦੇ ਵਿੱਚ ਸਿਲਸਿਲੇ ਵਿੱਚ ਬੁਲਾ ਕੇ ਉਹਨਾਂ ਨੂੰ ਉਲਝਾਇਆ ਜਾ ਰਿਹਾ ਹੈ। ਤੇ ਗੱਲ ਉਹੀ ਹੈ ਕਿ ਜਿਹੜੀ ਅੱਜ ਤੋਂ 57-58 ਦਿਨ ਪਹਿਲਾਂ ਸੀ, ਅੱਜ ਵੀ ਪੋਜੀਸ਼ਨ ਉਹੋ ਦੀ ਉਹੀ ਹੈ। ਇਹਦੇ ਬਾਰੇ ਸ਼ਮਸ਼ੇਰ ਸਿੰਘ ਜੀ, ਤੁਹਾਡੇ ਕੋਲ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਕਿ ਅੱਜ ਤੱਕ 11 ਦੌਰ ਦੀ ਗੱਲਬਾਤ ਜਿਹੜੀ ਸਰਕਾਰ ਨਾਲ ਕਿਸਾਨਾਂ ਨੇ ਕਰ ਲਈ ਹੈ। ਬਿਲਕੁਲ, ਕਿਸਾਨਾਂ ਨੇ ਤਾਂ ਇੱਕੋ ਮੁੱਦਾ ਰੱਖਿਆ ਜੀ, ਅਸੀਂ ਇਹ 3 ਕਾਲੇ ਕਾਨੂੰਨ ਜਿਹੜੇ ਉਹ ਵਾਪਸ ਕਰਵਾਉਣੇ ਨੇ, ਅਸੀਂ ਇਹਨਾਂ ਨੂੰ ਰੱਦ ਕਰਨਾ ਹੈ ਜੀ। ਲੇਕਿਨ ਜਿਹੜੀ ਮੌਕੇ ਦੀ ਸਰਕਾਰ, ਉਹ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਲਾਲਚ ਦੇ ਕੇ ਕਦੀ ਜੀ ਅਸੀਂ ਅਮੈਂਡਮੈਂਟ ਕਰ ਦਿੰਦੇ ਹਾਂ ਜੀ, ਅਸੀਂ ਆਹ ਤੁਹਾਡੀ ਮੱਦ ਵਰਤ ਦਿੰਦੇ ਹਾਂ, ਬਦਲ ਦਿੰਦੇ ਹਾਂ, ਕਦੀ ਅਸੀਂ ਆਹ ਕਰ ਦਿੰਦੇ ਹਾਂ। ਹੁਣ ਉਹਨਾਂ ਨੇ ਇੱਕ ਨਵਾਂ ਢੌਂਗ ਰਚਿਆ ਵੀ ਇਹ ਜਿਹੜੇ ਕਾਨੂੰਨਾਂ ਦੇ ਉੱਪਰ ਅਸੀਂ 1.5-2 ਸਾਲ ਵਾਸਤੇ ਰੋਕ ਲਾ ਦਿੰਦੇ ਹਾਂ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹ ਉਹਨਾਂ ਨੇ ਕੋਈ ਦਿਲੋਂ ਕੋਈ ਗੱਲ ਕਹੀ ਹੈ ਕਿ ਜਿਹੜੀਆਂ ਸਰਕਾਰ ਦੀਆਂ ਗੱਲਾਂ ਜਿਹੜੀਆਂ ਅਜੇ ਤੱਕ ਕੋਈ ਦਿਲੋਂ ਨੇ, ਕਿ ਜਾਂ ਵਕਤ ਟਪਾਊ ਵਾਲੀ ਗੱਲ ਹੀ ਸਰਕਾਰ ਕਰ ਰਹੀ ਆ? ਜੀ, ਸਭ ਤੋਂ ਪਹਿਲਾਂ ਸਤ ਕਰਤਾਰ ਟੀਵੀ ਜਿਹੜਾ ਫਰਾਂਸ ਦੇ ਵਿੱਚ ਤੁਸੀਂ ਸਟੂਡੀਓ ਖੋਲਿਆ, ਇਹਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਵੀ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਆ ਕਿ ਤੁਸੀਂ ਮੌਕੇ ਤੇ ਜਿਹੜਾ ਵਿਸ਼ਾ ਆਪਣਾ ਟੱਚ ਹੁੰਦਾ ਪੰਜਾਬ ਦੇ ਨਾਲ, ਉਹ ਵਿਸ਼ੇ ਦੇ ਸੱਜਣਾਂ ਨੂੰ ਸੱਦ ਕੇ ਵਿਚਾਰ ਵਟਾਂਦਰਾ ਲੋਕਾਂ ਦੇ ਰੂਬਰੂ ਕਰਦੇ। ਸੋ ਅੱਜ ਦਾ ਜਿਹੜਾ ਤੁਸੀਂ ਸਵਾਲ ਕੀਤਾ, ਇਹ ਬਿਲਕੁਲ ਜਿਹੜਾ ਲਾਸਟ ਜਿਹੜਾ ਹੁਣ ਜਿੱਥੇ ਪੋਜੀਸ਼ਨ ਆ ਉੱਥੋਂ ਤੁਸੀਂ ਸ਼ੁਰੂ ਗੱਲ ਕੀਤੀ ਆ ਕਿ ਇਹਨਾਂ ਨੇ ਜਿਹੜਾ ਸਰਕਾਰ ਨੇ ਪ੍ਰਪੋਜ਼ਲ ਦਿੱਤੀ ਆ ਕਿਸਾਨਾਂ ਨੂੰ ਕਿ 1.5 ਸਾਲ ਟਾਈਮ ਜਿਹੜਾ ਵਾ ਤੁਸੀਂ ਸਾਨੂੰ ਦੇ ਦਿਓ ਤੇ 1.5 ਸਾਲ ਤੋਂ ਬਾਅਦ ਚ ਫਿਰ ਜਿਹੜੀ ਗੱਲ ਆ ਉਹ ਅੱਗੇ ਆਪਾਂ ਫਿਰ ਸ਼ੁਰੂ ਕਰ ਲਵਾਂਗੇ। ਟਾਈਮ ਟਪਾਉਣ ਵਾਲੀ ਗੱਲ ਜਿਹੜੀ ਉਹਨਾਂ ਕੀਤੀ ਆ, ਇਹਦੇ 2 ਪਾਸੇ ਅਰਥ ਨਿਕਲਦੇ ਆ। ਇੱਕ ਤੇ ਸਭ ਤੋਂ ਵੱਡਾ ਅਰਥ ਇਹ ਨਿਕਲਦਾ ਵੀ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਆ, ਉਹ ਉਹਨੇ ਨੂੰ 1.5 ਸਾਲ ਨੂੰ ਜਾਂ 2 ਸਾਲਾਂ ਨੂੰ ਜਿਹੜੀ ਆ ਉਹ ਬਦਲੇਗੀ ਜਾਂ ਇਹ ਦੁਬਾਰਾ ਵੈਸੇ ਇਹਨਾਂ ਦੀ ਮਿਆਦ ਖਤਮ ਹੋ ਜਾਣੀ ਆ। ਇਹਨਾਂ ਦੀ ਮਿਆਦ ਖਤਮ ਹੋ ਜਾਣੀ ਆ। ਤੇ ਇਹ ਜੇ ਕਿਸਾਨ ਸੋਚਣ ਵੀ ਚਲੋ ਇੱਕ ਮੁੱਦਾ ਬਣਾ ਲਿਆ ਜਾਵੇ, ਵੀ ਉਦੋਂ ਇਹ ਮੁੱਦਾ ਰੱਖ ਕੇ ਦੁਬਾਰਾ ਇਹਨੂੰ ਰਿਪੀਟ ਕੀਤਾ ਜਾਵੇ, ਲੋਕਾਂ ਵਿੱਚ ਗੱਲ ਜਾਵੇ। ਜਿਹੜੀ ਨਾਰਮਲੀ ਇੱਦਾਂ ਹੁੰਦਾ ਵੀ ਇਹਨਾਂ ਦਾ ਮੈਨੀਫੈਸਟੋ ਹੁੰਦਾ, ਜਦੋਂ ਇਹ ਆਉਂਦੇ ਆ ਉਦੋਂ ਹੀ ਇਹ ਵਾਅਦੇ ਕਰਕੇ ਆਉਂਦੇ ਆ ਵੀ ਅਸੀਂ ਕਿਹੜੀ ਗੱਲ ਜਿਹੜੀ ਆ ਉਹ ਕਰਾਂਗੇ ਜਨਤਾ ਵਾਸਤੇ। ਉਹਦੇ ਵਿੱਚ ਇਹ ਕਿਸਾਨੀ ਮੁੱਦੇ ਵਾਲੀ ਗੱਲ ਜਿਹੜੀ ਆ ਇਹਨਾਂ ਦੇ ਮੈਨੀਫੈਸਟੋ 'ਚ ਨਹੀਂ ਹੈਗੀ। ਇਹਨਾਂ ਨੇ ਕੱਛ 'ਚੋਂ ਮੂੰਗਲੀ ਕੱਢ ਕੇ ਕਿਸਾਨਾਂ ਦੇ ਸਿਰ 'ਚ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਕਿਸਾਨਾਂ ਨੂੰ ਇਹਨਾਂ ਨੇ ਬਹੁਤ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਆ। ਜਿਹੜੀ ਕਿਸਾਨ, ਮੈਂ ਇੱਥੇ ਤੁਹਾਡੀ ਗੱਲ ਕੱਟਾਂਗਾ, ਇਹ ਕਿਸਾਨਾਂ ਨੂੰ ਮਾਰਨ ਵਾਸਤੇ ਕੀਤੀ ਕਿ ਜਾਂ ਕਿਸੇ ਮਤਲਬ ਕਾਰਪੋਰੇਟ ਘਰਾਣਿਆਂ ਨੂੰ ਅਪ ਕਰਨ ਵਾਸਤੇ, ਉਹਨਾਂ ਨੂੰ ਹੋਰ ਜ਼ਿਆਦਾ ਅਮੀਰ ਬਣਾਉਣ ਵਾਸਤੇ ਕੰਮ ਕੀਤਾ ਇਹਨਾਂ ਨੇ? ਕੀਤਾ ਤੇ ਇਹਨੇ ਅਮੀਰਾਂ ਨੂੰ ਅਪਗ੍ਰੇਡ ਕਰਨ ਵਾਸਤੇ ਆ, ਪਰ ਉਹਦੇ ਵਿੱਚ ਜਿਹੜੀ ਮੌਤ ਆ ਉਹ ਕਿਸਾਨ ਦੀ ਵੀ ਹੋਵੇਗੀ ਤੇ ਨਾਲ ਜਿਹੜਾ ਛੋਟਾ ਗਾਹਕ ਆ ਉਹ ਵੀ ਮਰੇਗਾ, ਸਾਰੇ ਮਰਨਗੇ। ਕਿਉਂਕਿ ਮਹਿੰਗਾਈ ਜਿਹੜੀ ਆ, ਕਿਸਾਨ ਤੇ ਮਜ਼ਦੂਰ ਦੋਨੋਂ, ਮਹਿੰਗਾਈ ਜਦੋਂ ਆ ਜਾਂਦੀ ਉਹ ਕਿਸੇ ਨੂੰ ਮਾਫ ਨਹੀਂ ਕਰਦੀ। ਅੱਜ ਭਾਵੇਂ ਗੱਲ ਇਕੱਲੇ ਕਿਸਾਨਾਂ ਦੀ ਲੋਕੀ ਕਰਦੇ ਆ ਵੀ ਕਿਸਾਨਾਂ ਨੂੰ ਨੁਕਸਾਨ ਹੋਣਾ, ਜ਼ਮੀਨਾਂ ਖੁੱਸ ਜਾਣੀਆਂ, ਤੇ ਕਿਸਾਨ ਨੇ ਤੇ ਫਿਰ ਵੀ ਆਪਣਾ ਕਿਤੇ ਨਾ ਕਿਤੇ ਜਿਹੜਾ ਹੱਥੀਂ ਮਿਹਨਤ ਕਰਨ ਵਾਲਾ ਬੰਦਾ ਉਹ ਆਪਣਾ ਖਾਣ ਪੀਣ ਜੋਗਾ ਕਰ ਹੀ ਲੈਂਦਾ। ਤੇ ਜਿਹੜੇ ਦੂਸਰੇ ਲੋਕ ਮੁੱਲ ਲੈ ਕੇ ਖਾਣ ਵਾਲੇ ਹੁੰਦੇ, ਜਿਹੜਾ ਅੱਜ 5 ਰੁਪਏ ਦੀ ਚੀਜ਼ ਲੈ ਕੇ ਖਾਣ ਵਾਲਾ ਬੰਦਾ, ਉਹ ਕੱਲ ਨੂੰ 50 ਰੁਪਏ ਦੀ ਲੈ ਕੇ ਕਿੱਥੋਂ ਖਾਵੇਗਾ? ਇਸ ਕਰਕੇ ਇਹਦੇ ਵਿੱਚ ਸਾਰੇ ਹੀ ਮਰਨਗੇ, ਇਹ ਸਾਡਾ ਮੰਨਣਾ। ਅੱਛਾ ਜੀ, ਪਾਸਲਾ ਸਾਹਿਬ, ਤੁਹਾਡੇ ਨਾਲ ਮੇਰੀ ਇੱਕ ਛੋਟਾ ਜਿਹਾ ਸਵਾਲ ਹੈ ਕਿ ਜਿਵੇਂ ਭਾਈ ਸਾਹਿਬ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਦੱਸਿਆ ਹੈ ਜੀ ਕਿ ਲੱਗਦਾ ਨਹੀਂ ਕਿ ਸਰਕਾਰ ਨੇ ਜਿਹੜੀਆਂ ਗੱਲਾਂ ਦਿਲੋਂ ਕਰ ਰਹੀ ਹੈ, ਸਿਰਫ ਵਕਤ ਛਪਾਉ ਵਾਲੀ ਗੱਲ ਹੀ ਕਰ ਰਹੇ ਨੇ। ਇਹ ਪਿੱਛੇ ਜਿਹੜੀ 11ਵੇਂ ਦੌਰ ਦੀ ਗੱਲ ਚੱਲੀਏ, ਇਸ ਤੋਂ ਪਹਿਲਾਂ ਜੇ ਆਪਾਂ 2 ਦਿਨ ਪਿੱਛੇ ਝਾਤ ਮਾਰੀਏ
ਹਾਂਜੀ ਤੇ ਉਹਦੇ ਵਿੱਚ ਜਿਹੜੀ ਇੱਕ ਦੇਸ਼ ਦੀ ਸੁਰੱਖਿਆ ਏਜੰਸੀ ਹੁੰਦੀ ਹੈ ਜਿਹਨੂੰ ਆਪਾਂ NIA ਕਹਿੰਦੇ ਆ, ਬਿਲਕੁਲ ਉਹਦਾ ਮਤਲਬ ਹੁੰਦਾ ਨੈਸ਼ਨਲ ਇੰਟੈਲੀਜੈਂਸ ਏਜੰਸੀ। ਏਜੰਸੀ ਹੈ। ਉਸ ਏਜੰਸੀ ਦਾ ਕੰਮ ਹੁੰਦਾ ਹੈ ਬਾਰਡਰਾਂ ਦੇ ਉੱਪਰ ਜਦੋਂ ਕੋਈ ਗਦਾਰ ਸਾਡੇ ਦੇਸ਼ 'ਚ ਘੁਸ ਆਉਂਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਨੀ, ਉਹਨਾਂ ਦੇ ਉੱਪਰ ਕਾਰਵਾਈ ਕਰਨੀ, ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਦਿਵਾਉਣੀ। ਲੇਕਿਨ ਉਸ NIA ਨੂੰ ਸਰਕਾਰ ਨੇ ਵਰਤਿਆ ਕਿਸਾਨਾਂ ਦੇ ਉੱਪਰ, ਮਜ਼ਦੂਰਾਂ ਦੇ ਉੱਪਰ, ਉਹਨਾਂ ਲੋਕਾਂ ਦੇ ਉੱਪਰ, ਉਹਨਾਂ ਅੰਦੋਲਨਕਾਰੀਆਂ ਦੇ ਉੱਪਰ ਜਿਹੜੇ ਅੰਦੋਲਨ ਜਿਹੜੇ ਇਸ ਵੇਲੇ ਕਰ ਰਹੇ ਨੇ, ਆਪਣੇ ਹੱਕ ਮੰਗ ਰਹੇ ਨੇ। ਇਹ ਜਿਹੜੀ NIA ਦਾ ਦਖਲਅੰਦਾਜ਼ੀ ਇਹਨੂੰ ਤੁਸੀਂ ਕਿੱਥੇ ਕੁ ਤੱਕ ਜਾਇਜ਼ ਮੰਨਦੇ ਹੋ? ਦੇਖੋ ਜੀ, ਜਿਹੜੀ ਗਵਰਨਮੈਂਟ ਮੋਦੀ ਸਰਕਾਰ ਦੀ ਇਸ ਵੇਲੇ ਗਵਰਨਮੈਂਟ ਆ, ਕਿਉਂਕਿ ਇਹਨੇ ਆਪਣਾ ਸਾਰੇ ਪਾਸੇ ਹੱਥ ਪੰਡਾ ਮਾਰ ਕੇ ਦੇਖ ਲਿਆ, ਇਹਨਾਂ ਦਾ ਕੋਈ ਚਾਰ ਨਹੀਂ ਗਿਆ, ਸਭ ਪਾਸੇ ਫੇਲ ਹੋ ਗਏ ਇਹ। ਤੇ ਉਹਨਾਂ ਨੂੰ ਇਹਨਾਂ ਨੇ ਇਹੋ ਇੱਕ ਲੱਭਿਆ ਵੀ ਜਿਹੜੇ ਇਹ ਕਿਸਾਨ ਆ, ਜਿਹਨਾਂ ਤੋਂ ਇਹ ਪੈਸੇ ਲੈਂਦੇ ਆ, ਆੜ੍ਹਤੀਏ ਲੈ ਲਓ ਜਾਂ ਹੋਰ ਕੋਈ ਵੱਡਾ ਘਰਾਣਾ ਲੈ ਲਓ, ਉਹਨਾਂ ਤੋਂ ਲੈ ਲਓ, ਇਹ ਉਹਨਾਂ ਤੇ ਕੰਟਰੋਲ ਕਰਕੇ ਉਹਨਾਂ ਦੀ ਏਜੰਸੀ ਦੇ ਆਧਾਰ ਤੇ, ਹਾਂਜੀ ਉਹਨਾਂ ਦੇ ਆਧਾਰ ਤੇ ਉਹ ਕਹਿੰਦੇ ਵੀ ਜਿੱਥੋਂ ਇਹਨਾਂ ਦੀ ਜੜ ਨੂੰ ਪਾਣੀ ਜਿੱਥੇ ਸੁਕਾਓ ਨਦੀ ਨੂੰ, ਉਹਨਾਂ ਨੂੰ ਫਸਾਓ, ਇਹ ਕਿਸਾਨ ਆਪੇ ਹੀ ਖਤਮ ਹੋ ਜਾਊਗਾ, ਕਿਸਾਨ ਆਪੇ ਡਰ ਜਾਊਗਾ। ਤੇ ਇਸ ਕਰਕੇ ਇਹ ਇਹਨਾਂ ਦੀ ਬਹੁਤ ਕੁਝ ਹੀ ਹੈਗੀ ਸ਼ਰਾਰਤ ਹੈ। ਤੁਹਾਡੇ ਹਿਸਾਬ ਦੇ ਨਾਲ ਜੋ ਕੁਛ ਇਹਨੇ ਕੀਤਾ ਗਲਤ ਕੀਤਾ? ਬਿਲਕੁਲ ਗਲਤ ਕੀਤਾ। ਦੇਖੋ ਜੀ, ਸਾਰੀਆਂ ਹੀ ਗਵਰਨਮੈਂਟਾਂ ਵਰਲਡ ਦੇ ਵਿੱਚ ਜਿੰਨੀਆਂ ਵੀ ਗਵਰਨਮੈਂਟਾਂ ਆ, ਸਭ ਤੋਂ ਵੱਡਾ ਮੇਰਾ ਕੁਐਸਚਨ ਹੈ ਕਿ ਆਪਣੇ ਮਨੀ ਨੂੰ ਚੇਂਜ ਕਰਦੇ ਆ, ਪੈਸਿਆਂ ਨੂੰ ਚੇਂਜ ਕਰਦੇ ਆ, ਕੋਈ ਹੋਰ ਕੋਈ ਜਾ ਕੇ ਕਰਪਸ਼ਨ ਵੱਜ ਜਵੇ, ਪੈਸੇ ਦੀ ਵਿੱਚ ਹੋ ਜਵੇ, ਉਹਨੂੰ ਚੇਂਜ ਕਰ ਲੈਂਦੇ ਆ। ਆਪਣੀ ਇਕਨੋਮੀ ਨੂੰ ਅਪ ਡਾਊਨ ਕਰਦੇ ਰਹਿੰਦੇ। ਇਸ ਗਵਰਨਮੈਂਟ ਮੋਦੀ ਸਰਕਾਰ ਦੀ ਗਵਰਨਮੈਂਟ ਨੇ ਰਾਤੋਂ ਰਾਤ ਵਿੱਚ ਉਹ ਗਰੀਬਾਂ ਨੂੰ ਉਦਾਂ ਦੇ ਖੂਹ 'ਚ ਸੜ ਦਿੱਤਾ, ਫੜ ਕੇ ਜਿਹੜੀਆਂ ਬੀਬੀਆਂ ਨੇ 2-2000 ਰੁਪਈਆ ਜੋੜ ਕੇ ਨਾ ਆਪਣੇ ਪਰਿਵਾਰਾਂ ਨਾਲ ਰੱਖਿਆ ਸੀ ਸੁਰੱਖਿਆ ਵਾਸਤੇ, ਉਹ ਸਾਰੇ ਨੋਟ ਇਹਨੇ ਪੈਸੇ ਦੇ ਮਿੱਟੀ ਵਿੱਚ ਰੋਲ ਦਿੰਦੇ ਫੜ ਕੇ। ਜਿਹੜਾ ਗਰੀਬ ਸੀ ਉਹ ਦੱਬੇ ਛੱਡਿਆ ਥੱਲੇ ਫੜ ਕੇ, ਜਿਹੜਾ ਅਮੀਰ ਸੀ ਉਹਨਾਂ ਦੀ ਚਾਲ ਸੀ, ਅਮੀਰ ਨੂੰ ਤਾਂ ਪਹਿਲਾਂ ਹੀ ਸਭ ਕੁਝ ਦੱਸਿਆ ਸੀ ਇਹਨੇ, ਵਿਆਹ ਮੈਂ ਕਰ ਦੇਣਾ। ਹੁਣ ਜਿੱਦਾਂ ਮੋਦੀ ਇੰਗਲੈਂਡ ਵਿੱਚ ਬੈਠਾ ਕਰੋੜਾਂਪਤੀ, ਉਹ ਘਬਲਾ ਕਰਕੇ ਆ ਗਿਆ ਇੱਥੇ। ਇਦਾਂ ਮੋਦੀ ਦਾ ਇਹ ਨਾਰਾ ਸੀ ਜੀ, ਮੈਂ ਸਾਰੇ ਜਿਹੜੇ UN ਵਿੱਚੋਂ ਪੈਸੇ ਲਿਆਉਂਗਾ ਬੜੇ ਘਰਾਣਿਆਂ ਦੇ। ਉਹਨੇ ਇੱਕ ਵੀ ਇਸ ਪਾਸੇ ਨੂੰ ਪੁਆਇੰਟ ਨਹੀਂ ਚੱਕਿਆ ਆਪਣਾ, ਉਹਨਾਂ ਨੂੰ ਸਮਾਂ ਹੋਰ ਪ੍ਰਫੁੱਲਤ ਕੀਤਾ, ਜਿਹੜਾ ਗਰੀਬ ਸੀ ਉਹਨੂੰ ਹੋਰ ਮਾਰ ਦਿੱਤਾ। ਇਸ ਕਰਕੇ ਸਾਡੇ ਹਿੰਦੁਸਤਾਨ ਦੇ ਬਾਹਾਂ ਤਾਂ ਖੜੀਆਂ ਬੇੜੀਆਂ ਕਰਦੇ ਮੋਦੀ ਸਾਹਿਬ, ਪਰ ਇਹ ਬਿਲਕੁਲ ਜ਼ੀਰੋ ਆ, ਜ਼ੀਰੋ ਇਸ ਕਰਕੇ ਆ ਕਿਉਂਕਿ ਇਸ ਬੰਦੇ ਨੇ ਜੋ ਆਪਣੇ ਧੱਕੇ ਦੇ ਨਾਲ ਵੋਟਾਂ, ਜਿੱਦਾਂ ਵੋਟਾਂ ਪਈਆਂ ਜਾਂ ਨਾਰਮਲ ਤਾਂ ਵੋਟ ਜਿਹੜੀ ਆ ਉਹ ਪਰਚੀ ਤੇ ਪੈਣੀ ਚਾਹੀਦੀ ਆ। ਹੁਣ ਉੱਥੇ ਤਾਂ ਪਤਾ ਨਹੀਂ, ਜਦੋਂ ਹੁਣ ਉੱਤਰ ਪ੍ਰਦੇਸ਼ ਵਿੱਚ ਆ 300 ਤੋਂ ਵੱਧ ਸੀਟਾਂ ਉੱਥੇ ਜਿੱਥੇ ਟੋਟਲੀ ਕਾਂਗਰਸ ਜਿੱਤਦੀ ਸੀ, ਉੱਥੇ ਕਾਂਗਰਸ ਨੂੰ ਬਿਲਕੁਲ 50 ਵੋਟਾਂ ਪਈਆਂ। ਇਹ ਹੋ ਨਹੀਂ ਸਕਦਾ, ਇਹ ਹੋ ਨਹੀਂ ਸਕਦਾ। ਅੱਧੋ ਅੱਧੀ ਦਾ ਫਰਕ ਮੰਨ ਲੈਂਦੇ ਆ, ਜਿੱਥੇ ਬਿਲਕੁਲ ਸਫਾਇਆ ਕਰ ਦਿੱਤਾ। ਇਹ ਤਾਂ ਮਤਲਬ ਤੁਹਾਡਾ ਕੀ ਮਤਲਬ ਤੁਹਾਡਾ ਕਹਿਣਾ ਕਿ ਇਹ ਜਿਹੜੀ ਹੇਰਾਫੇਰੀ ਹੁੰਦੀ ਵੋਟਾਂ ਦੇ ਮਸ਼ੀਨਾਂ ਦੇ ਵਿੱਚ ਹੇਰਾਫੇਰੀ 100% ਬਿਲਕੁਲ, ਕਿਉਂਕਿ ਉਹ ਮੋਦੀ ਇਸ ਵੇਲੇ ਨਾਰੇ ਮਾਰਦਾ, ਬਾਹਾਂ ਖੜੀਆਂ ਕਰਦਾ, ਮੈਂ ਆਉਂਗਾ ਕਿਉਂ ਮੈਂ ਕਹਿੰਦਾ ਵੀ ਮੈਂ ਆਉਂਗਾ, ਭਾਵੇਂ ਮੇਰੀ ਲੱਖ ਬਣੀ ਹੋਵੇ ਕਿਸੇ ਦੇ ਵਿੱਚ, ਪਰ ਮੇਰੇ ਦਿਲ ਦਾ ਪਤਾ ਮੈਂ ਤੁਹਾਨੂੰ ਵੋਟ ਪਾਉਣੀ ਆ। ਇਹਦਾ ਮਤਲਬ ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਅਸੀਂ ਤਿਆਰੀ ਪੂਰੀ ਕੀਤੀ ਆ, ਸਾਰਾ ਕੁਝ ਵੀ ਅਸੀਂ ਪੂਰੇ ਪ੍ਰਬੰਧ ਕੀਤੇ, ਅਸੀਂ ਕਿਵੇਂ EVM ਮਸ਼ੀਨਾਂ ਤੁਹਾਡੇ ਕਹਿਣ ਦਾ ਮਤਲਬ ਇਹ ਆ। ਬਿਲਕੁਲ, ਜਿੱਦਾਂ ਹੁਣ ਕੇਜਰੀਵਾਲ ਨੇ ਵੀ ਇਹ ਕਿਹਾ ਸੀ ਜਿਹੜੀਆਂ ਵੋਟਾਂ ਆ ਉਹ ਪਰਚੀ ਦੇ ਨਾਲ ਪੈਣੀਆਂ ਚਾਹੀਦੀਆਂ, ਬੈਲਟ ਪੇਪਰ ਨਾਲ ਪੈਣੀਆਂ। ਬਿਲਕੁਲ, ਹਾਂਜੀ ਉਹਨੇ ਕਹੀ ਹੈ, ਜਿਹੜੀ ਗੱਲ ਸੱਚੀ ਆ ਉਹ ਕਹੀ ਆ ਉਹਨੇ, ਕਿਉਂਕਿ ਉਹ ਹੁਣ ਸ਼ਮਸ਼ੇਰ ਸਿੰਘ ਜੀ, ਤੁਸੀਂ ਇਸ ਗੱਲ ਦੇ ਵਿੱਚ ਕਿੱਥੇ ਤੱਕ ਸੱਚਾਈ ਮੰਨਦੇ ਹੋ ਕਿ ਜਿਹੜੀ EVM ਦੇ ਵਿੱਚ ਵਾਕਈ ਹੇਰਾਫੇਰੀ ਹੁੰਦੀ ਹੈ ਤੇ ਬੈਲਟ ਪੇਪਰ 'ਚ ਹੇਰਾਫੇਰੀ ਨਹੀਂ ਹੋ ਸਕਦੀ? ਤੁਹਾਡਾ ਕਿੱਥੇ ਤੱਕ ਇਹਦੇ ਬਾਰੇ? ਹੇਰਾਫੇਰੀ ਤੇ ਪਰਚੀਆਂ ਵਿੱਚ ਵੀ ਹੁੰਦੀ ਆ, ਪਰ ਪਰਚੀਆਂ ਜਿਹੜੀ ਹੇਰਾਫੇਰੀ ਹੁੰਦੀ ਆ ਉਹ ਜ਼ਾਹਰ ਹੋ ਜਾਂਦੀ ਆ, ਉੱਥੇ ਜ਼ਾਹਰ ਹੋ ਜਾਂਦੀ ਆ, ਮਤਲਬ ਉੱਥੇ ਚੋਰੀ ਫੜੀ ਜਾਂਦੀ ਆ, ਕੇਸ ਹੋ ਜਾਂਦਾ, ਦੁਬਾਰਾ ਉੱਥੇ ਚੋਣ ਹੋ ਜਾਂਦੀ ਆ। ਜਿਹੜੀ ਇਹ ਮਸ਼ੀਨਾਂ ਵਾਲੀ ਆ, ਇਹ ਫੜੀ ਨਹੀਂ ਜਾਂਦੀ। ਇਹਦੇ ਜਿਹੜੇ ਅਫਸਰ ਉੱਥੇ ਭਾਏ ਹੁੰਦੇ ਆ, ਉਹ ਜੋ ਮਰਜ਼ੀ ਆਪਣਾ ਕਰ ਜਾਂਦੇ ਆ, ਉਹ ਪਤਾ ਨਹੀਂ ਲੱਗਦਾ। ਤੇ ਇਹ ਬਹੁਤ ਵੱਡੇ ਪੱਧਰ ਤੇ ਜਿਹੜੀ ਸਾਡੀ ਆਪੋਜੀਸ਼ਨ ਪਾਰਟੀਆਂ ਉਹਨਾਂ ਦੀ ਇਹ ਮੰਗ ਆ, ਕਿਸਾਨਾਂ ਦੀ ਵੀ, ਬਲਕਿ ਸਾਡੇ ਸਾਰੀਆਂ ਸਟੇਟਾਂ ਵਾਲੇ ਲੋਕਾਂ ਦੀ ਇਹ ਮੰਗ ਆ ਕਿ ਜਿਹੜੀ ਅੱਗੇ ਜਿਹੜੀ ਆਉਣ ਵਾਲੀਆਂ ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਹੋਣ ਜਾਂ ਲੋਕ ਸਭਾ ਦੀਆਂ ਹੋਣ, ਉਹ ਪਰਚੀ ਤੇ ਹੋਣ। ਚਲੋ ਜੀ ਸ਼ਮਸ਼ੇਰ ਸਿੰਘ ਜੀ, ਆਪਾਂ ਇਸ ਵਿਸ਼ੇ ਨੂੰ EVM ਦੇ ਵਿਸ਼ੇ ਨੂੰ ਛੱਡੀਏ। ਸਾਡਾ ਅੱਜ ਵਿਸ਼ਾ ਹੈਗਾ ਕਿਸਾਨੀ ਦਾ। ਜੀ। ਤੇ ਕੱਲ ਰਾਤ ਜਦੋਂ ਕਿ ਇੱਕ ਪਾਸੇ ਕਿਸਾਨਾਂ ਨੇ ਇਸ ਵੇਲੇ ਪੂਰਾ ਜਿਹੜਾ ਐਲਾਨ ਕੀਤਾ ਹੋਇਆ, ਉਹਨਾਂ ਨੇ ਜਿਹੜੀ ਇੱਕ ਹਿਸਾਬ ਦਾ ਮੌਤ ਨੂੰ ਮਤਲਬ ਆਵਾਜ਼ ਦਿੱਤੀ ਹੋਈ ਹੈ ਕਿ ਅਸੀਂ ਜਾਂ ਮਰਾਂਗੇ ਜਾਂ ਜਿੱਤਾਂਗੇ। ਬਿਲਕੁਲ, ਸਾਡੇ ਦੋ ਹੀ ਗੱਲਾਂ ਆ, ਜਾਂ ਅਸੀਂ ਜਿੱਤ ਕੇ ਜਾਵਾਂਗੇ ਜਾਂ ਅਸੀਂ ਪੂਰਾ ਮੁਕਾਬਲਾ ਕਰਕੇ ਅਸੀਂ ਲਕੀਰ ਖਿੱਚੀ ਹੈ। ਲੇਕਿਨ ਉਹਦੇ ਵਿੱਚ ਕੱਲ ਗੱਲ ਸੁਣਨ ਨੂੰ ਆਈ ਸੀ ਕਿ ਕਿਸੇ ਏਜੰਸੀ ਨੇ ਆਪਣੇ ਬੰਦੇ ਵਿੱਚ ਵਾੜ ਕੇ ਕੱਲ ਕਿਸਾਨਾਂ ਨੂੰ ਉਸ ਬੰਦੇ ਨੂੰ ਫੜਿਆ ਵੀ, ਪ੍ਰੈਸ ਦੇ ਸਾਹਮਣੇ ਵੀ ਉਹਨਾਂ ਨੂੰ ਕੀਤਾ।
ਉਸ ਬੰਦੇ ਨੇ ਕੱਲ ਮੰਨਿਆ ਕਿ ਵਾਕਿਆ ਹੀ ਸਾਨੂੰ ਇਹਨਾਂ ਨੇ ਕੀਤਾ ਸੀ ਕਿ ਤੁਸੀਂ ਵਿੱਚ ਵੜ ਕੇ ਸ਼ਰਾਰਤ ਕਰਨੀ ਹੈ ਤਾਂ ਕਿ ਪੁਲਿਸ ਨੂੰ ਗੋਲੀ ਚਲਾਉਣ ਦਾ ਜਿਹੜਾ ਚਾਂਸ ਮਿਲ ਜਾਵੇ। ਜੀ ਜੀ। ਲੇਕਿਨ ਉਸ ਤੋਂ ਬਾਅਦ ਜਦੋਂ ਉਸ ਬੰਦੇ ਨੂੰ ਪੁਲਿਸ ਦੀ ਹਾਜ਼ਰੀ ਦੇ ਵਿੱਚ ਛੱਡ ਦਿੱਤਾ ਗਿਆ, ਉਹਨੇ ਬਾਹਰ ਜਾ ਕੇ ਇੱਕ ਵੱਖਰੇ ਤੌਰ ਤੇ ਫਿਰ ਇੱਕ ਆਡੀਓ ਕੱਢੀ ਅੱਜ ਕਿ ਮੇਰੇ ਕੋਲੋਂ ਕਿਸਾਨਾਂ ਨੇ ਕੁੱਟਮਾਰ ਕਰਕੇ ਆਪਣੀ ਜੋ ਉਹਨਾਂ ਦੇ ਦਿਲ ਦੀ ਗੱਲ ਸੀ ਉਹ ਉਹਨਾਂ ਨੇ ਆਪਣੇ ਮੇਰੇ ਕੋਲ ਖੁਆਈ ਹੈ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਅੰਦਰੋਂ ਬਿਆਨ ਦੇ ਕੇ ਗਿਆ ਕਿ ਵਾਕਈ ਏਜੰਸੀਆਂ ਸ਼ਰਾਰਤ ਕਰਾਉਣ ਨੂੰ ਫਿਰਦੀਆਂ ਨੇ, ਵੇ ਸਾਡੇ ਕੁਝ ਬੰਦਿਆਂ ਦੀਆਂ ਡਿਊਟੀਆਂ ਵੀ ਲੱਗ ਚੁੱਕੀਆਂ ਨੇ, ਅਸੀਂ ਗਰੀਬ ਹਾਂ, ਅਸੀਂ ਥੋੜੇ ਥੋੜੇ ਪੈਸਿਆਂ ਕਰਕੇ ਕੰਮ ਕਰ ਰਹੇ ਹਾਂ, ਲੇਕਿਨ ਬਾਹਰ ਜਾ ਕੇ ਉਹਨੇ ਹੋਰ ਬਿਆਨ ਦਿੱਤਾ। ਇਹਦੇ ਵਿੱਚ ਤੁਸੀਂ ਕੀ ਮੰਨਦੇ ਹੋ, ਉਹਦੇ ਤੇ ਸਰਕਾਰੀ ਦਬਾਅ ਨਾਲ ਕਿ ਜਾਂ ਕਿਸਾਨਾਂ ਦੇ ਦਬਾਅ ਨਾਲ ਉਹਨੂੰ ਵਾਕਈ ਇਹ ਗੱਲ ਬੋਲੀ ਆ? ਇਹ ਭੱਟੀ ਸਾਹਿਬ ਜੀ ਪਹਿਲਾ ਵਾਕਿਆ ਨਹੀਂ ਗਾ, ਇਹ ਤੋਂ ਪਹਿਲਾਂ ਵੀ ਕਾਫੀ ਵਾਕੇ ਹੋ ਚੁੱਕੇ ਆ ਜਿਹਦੇ ਵਿੱਚ ਉਹਨਾਂ ਨੇ ਕਾਫੀ ਸਿੱਧ ਵੀ ਕੀਤਾ ਇਹ, ਤੇ ਪੁਲਿਸ ਵੀ ਉਹਦੇ ਨਾਲ ਸਹਿਮਤ ਹੋਈ, ਉਹਨਾਂ ਨੇ ਬੰਦੇ ਫੜਾਏ ਵੀ ਆ, ਤੇ ਪਰ ਉਹਨਾਂ ਦੇ ਕੇਸਾਂ ਦਾ ਕੀ ਬਣਿਆ ਇਹਦੇ ਬਾਰੇ ਅਜੇ ਤੱਕ ਕੋਈ ਪਤਾ ਨਹੀਂ, ਕਿਉਂਕਿ ਪੁਲਿਸ ਉੱਥੋਂ ਫੜ ਕੇ ਲੈ ਜਾਂਦੀ ਆ, ਉਹ ਤੋਂ ਬਾਅਦ ਨਾ ਕਿਸੇ ਅਦਾਲਤ 'ਚ ਪੇਸ਼ ਕਰਦੇ ਆ ਤੇ ਨਾ ਕੋਈ ਉਹਦੇ ਤੇ ਕੇਸ ਚੱਲਦਾ। ਬਸ ਇਹੋ ਹੀ ਗੱਲ ਮੈਂ ਤੁਹਾਡੇ ਕੋਲ ਕਰਵਾਉਣਾ ਚਾਹੁੰਦਾ ਸੀ ਕਿ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਕਿ ਜੇ ਕੋਈ ਬੰਦਾ ਫੜ ਕੇ ਕਿਸਾਨ ਜੇ ਉਹਦੀ ਕੁੱਟਮਾਰ ਜਾਰੀ ਕਰਨ, ਉਹਦੇ ਕੋਲ ਸਰਟੀਫਿਕੇਟ ਲੱਗ ਜਾਏ ਤਾਂ ਕਿਸਾਨਾਂ ਦੇ ਉੱਪਰ ਕੇਸ ਨਾ ਪਵੇ। ਇਸ ਕਰਕੇ ਕਿਸਾਨ ਭਰਵਾਨਸੀ ਦੇ ਨਾਲ ਕਾਨੂੰਨ ਲੀਗਲੀ ਕਾਰਵਾਈ ਕਰਕੇ ਉਸ ਨੂੰ ਫੜਾ ਦਿੰਦੇ ਆ। ਉਹਨਾਂ ਦੀ ਟੀਮ ਹੈ ਭੱਟੀ ਸਾਹਿਬ, ਉਹਨਾਂ ਦੀ ਸਿਕਿਉਰਿਟੀ ਦੀ ਟੀਮ ਹੈ, ਪੜ੍ਹੇ ਲਿਖੇ ਉਹਦੇ ਵਿੱਚ ਮੁੰਡੇ ਆ, ਉਹ ਬੜੇ ਢੰਗ ਤਰੀਕੇ ਨਾਲ ਬੰਦੇ ਨੂੰ ਫੜ ਕੇ ਉਹਨੂੰ ਪੁੱਛਦੇ ਆ ਤੇ ਫੜਦੇ ਉਦੋਂ ਆ ਜਦੋਂ ਸਬੂਤ ਪੂਰੇ ਹੋਣ, ਸਬੂਤਾਂ ਦੇ ਨਾਲ ਫੜਦੇ ਆ, ਬਾਅਦ ਚੋਂ ਪੁਲਿਸ ਨੂੰ ਦੇ ਦਿੰਦੇ ਆ। ਤੇ ਜਿਹੜੀ ਪੁਲਿਸ ਆ ਉੱਥੇ ਭਾਜਪਾ ਦੀ ਸਰਕਾਰ ਆ ਹਰਿਆਣੇ ਵਿੱਚ, ਜਿੱਥੇ ਬੈਠੇ ਆ ਹਰਿਆਣੇ 'ਚ ਬੈਠੇ ਆ, ਦਿੱਲੀ ਤੋਂ 30-40 ਕਿਲੋਮੀਟਰ ਉਰਾਂ ਬੈਠੇ ਆ, ਉੱਥੇ ਹਰਿਆਣੇ 'ਚ ਭਾਜਪਾ ਦੀ ਸਰਕਾਰ। ਨਹੀਂ ਜੀ 30-40 ਕਿਲੋਮੀਟਰ ਬੇਸ਼ੱਕ ਬੈਠੇ, ਲੇਕਿਨ ਦਿੱਲੀ ਦੇ ਕੰਢੇ ਸਾਰੇ ਟੱਚ ਕੀਤੇ ਹੋਏ ਨੇ। ਦਿੱਲੀ ਦੀ ਸਾਰੀ ਜਿਹੜੀ ਹੈ ਨਾ ਬਾਹਰਲੀ ਰਿੰਗ ਰੋਡ, ਉਹਦੇ ਤੇ ਉਹਨਾਂ ਨੇ ਟ੍ਰੈਫਿਕ ਜਾਮ ਕੀਤੀ ਹੋਈ ਹੈ। ਪਰ ਇਹ ਕਿਹਾ ਜਾ ਸਕਦਾ ਦਿੱਲੀ ਬਾਰਡਰ ਤੋਂ ਲੈ ਕੇ ਹਰਿਆਣੇ ਦੇ ਅੰਦਰ 40 ਕਿਲੋਮੀਟਰ ਤੱਕ ਬਣੇ ਭਾਈ ਸਾਹਿਬ ਜੀ, ਉਹ ਹਰਿਆਣੇ ਪੁਲਿਸ ਕੋਲ ਹੀ ਗਏ ਆ ਔਰ ਉਹਨਾਂ ਕੇਸਾਂ ਦਾ ਕੁਝ ਨਹੀਂ ਬਣਿਆ। ਇਹਨਾਂ ਤੇ ਜ਼ਰੂਰ ਆਇਆ ਵੀ ਉਹ ਬੰਦੇ ਫੜੇ ਆ, ਉਹਨਾਂ ਦੀ ਸਿਕਿਉਰਿਟੀ ਨੇ, ਜੇ ਕਿਸਾਨਾਂ ਦੀ ਸਿਕਿਉਰਿਟੀ ਨੇ ਫੜ ਕੇ ਫੜਾਏ ਆ, ਫੜਾਉਣ ਤੋਂ ਬਾਅਦ ਉਹਨਾਂ ਪੁਲਿਸ ਨੂੰ ਦੇ ਦਿੱਤੇ ਆ। ਪੁਲਿਸ ਨੇ ਕੀ ਕੀਤਾ ਇਹ ਸਾਨੂੰ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਇਹਦੇ ਬਾਰੇ। ਅੱਛਾ ਜੀ, ਪਸਲਾ ਸਾਹਿਬ ਜਿਵੇਂ ਇਹਨਾਂ ਨੇ ਦੱਸਿਆ ਸ਼ਮਸ਼ੇਰ ਸਿੰਘ ਜੀ ਨੇ ਹਾਂਜੀ ਕਿ 26 ਤਰੀਕ ਨੂੰ ਜਿਹੜੀ ਟਰੈਕਟਰ ਪਰੇਡ ਹੋ ਰਹੀ ਹੈ, ਉਹ ਤਾਂ ਹੁਣ ਕਲੀਅਰ ਹੈ ਕਿ ਉਹ ਹੋਣੀ ਹੈ, ਕਿਉਂਕਿ ਜੱਟਾਂ ਨੇ ਪੂਰਾ ਐਲਾਨ ਜਿਹੜਾ ਕਿਸਾਨ ਨੇ ਕਰ ਦਿੱਤਾ ਹੈ। ਲੇਕਿਨ ਪੁਲਿਸ ਦੇ ਨਾਲ ਉਹਨਾਂ ਦੀਆਂ 2 ਮੀਟਿੰਗਾਂ ਹੋਈਆਂ, ਦੋਨੋਂ ਮੀਟਿੰਗਾਂ ਦੇ ਵਿੱਚ ਪੁਲਿਸ ਉਹਨਾਂ ਨੂੰ ਇੱਕ ਸੁਝਾਅ ਦੇ ਰਹੀ ਸੀ ਕਿ ਤੁਸੀਂ ਇਹ ਥੋੜਾ ਪਿੱਛੇ ਹਟ ਕੇ ਕਰ ਲਓ, ਲੇਕਿਨ ਉਹ ਕਹਿੰਦੇ ਨੇ ਕਿ ਅਸੀਂ ਜਿਹੜੀ ਇਹ ਪਰੇਡ ਕਰਾਂਗੇ ਜੋ ਅਸੀਂ ਅਨਾਉਂਸ ਕੀਤੀ ਉਹ ਰਿੰਗ ਰੋਡ ਤੇ ਹੀ ਕਰਾਂਗੇ। ਤੁਹਾਨੂੰ ਕੀ ਲੱਗਦਾ ਕਿ 26 ਤਰੀਕ ਵਾਲੇ ਦਿਨ ਕੁਝ ਟਕਰਾਓ ਹੋ ਸਕਦਾ ਕਿਸਾਨਾਂ ਦਾ ਤੇ ਪੁਲਿਸ ਦਾ? ਤੁਹਾਡਾ ਕੀ ਇਹਦੇ ਬਾਰੇ ਕੁਝ ਸੋਚਿਆ? ਦੇਖੋ ਇਕਬਾਲ ਸਿੰਘ ਜੀ, ਇਹ ਵਿੱਚ 2 ਰਾਵਾਂ ਨਹੀਂ ਹੈਗੀਆਂ, ਕਿਉਂਕਿ ਜਿਹੜੀ ਪੁਲਿਸ ਹੈ ਦਿੱਲੀ ਦੀ ਉਹ ਤਾਂ ਵਾਕਈ ਉਹ ਸਰਕਾਰ ਦੇ ਅੰਡਰ ਆ। ਕਿਉਂਕਿ ਕਿਹੜੀ ਸਰਕਾਰ? ਦਿੱਲੀ ਸਰਕਾਰ ਜਾਂ ਭਾਰਤ? ਨਹੀਂ, ਭਾਰਤ ਸਰਕਾਰ ਦੇ ਅੰਦਰ ਆ, ਨਾ ਕਿ ਦਿੱਲੀ ਸਰਕਾਰ ਦੇ। ਤੇ ਦਿੱਲੀ ਦੀ ਸਰਕਾਰ ਜਿਹੜੀ ਕੇਜਰੀਵਾਲ ਦੀ ਸਰਕਾਰ ਆ ਉਹ ਤਾਂ ਆਪ ਵਿਚਾਰਾ ਰੋਣ ਡਿਆ ਆ। ਫਿਰ ਇਹ ਜਿਹੜੀ ਕਿਉਂਕਿ ਉਹ ਜਿਹੜਾ ਦਿੱਲੀ ਦਾ ਏਰੀਆ ਆਉਂਦਾ ਤੇ ਕੇਜਰੀਵਾਲ ਦੇ ਅੰਡਰ ਆ, ਆਉਂਦਾ ਉਹਦੇ ਅੰਦਰ ਆ, ਪਰ ਇਹ ਜਿਹੜਾ ਹੈ ਪੁਲਿਸ ਆ ਦਿੱਲੀ ਦੀ ਉਹ ਭਾਰਤ ਸਰਕਾਰ ਦੇ ਅੰਡਰ ਆ। ਅਮਿਤ ਸ਼ਾਹ ਦੇ ਉਹਦੇ ਅੰਡਰ ਆ, ਜੋ ਉਹਨੇ ਹੁਕਮ ਕਰਨਾ ਉਹੀ ਉਹਨੇ ਕਰਨਾ। ਪਰ ਦੂਸਰੇ ਪਾਸੇ ਇਹ ਵੀ ਆਵੇ ਸਾਡੇ ਜਿਹੜੇ ਕਿਸਾਨ ਆ ਉਹ ਕੱਲੇ ਕਿਸਾਨਾਂ ਦਾ ਕੱਲ ਨੂੰ ਨਹੀਂ ਹੋਣਾ ਉਹ ਜਿਹੜਾ ਟਰੈਕਟਰ ਮਾਰਚ ਇਹਦੇ ਵਿੱਚ ਜਿਹੜਾ ਵੀ ਰੇੜੀ ਤੋਂ ਲੈ ਕੇ ਮਤਲਬ ਕਿਸਾਨ ਸਾਰੇ ਹੀ ਆ, ਜਿਹੜਾ ਵੀ ਦੁਖੀ ਆ, ਸਾਰੇ ਦੁਖੀ ਆ ਇਸ ਟਾਈਮ ਤਾਂ, ਜਿੰਨੇ ਵੀ ਦੁਖੀ ਆ ਉਹਨਾਂ ਸਾਰਿਆਂ ਨੇ ਆਪਣੀ ਹਾਰ ਦਾ ਨਾਰਾ ਲਾਉਣ ਵਾਸਤੇ। ਨਾਲ ਪਿਛਲੀ ਗੱਲ ਤਾਂ ਹਾਰ ਦਾ ਨਾਰਾ ਤਾਂ ਵੱਖਰੀ ਗੱਲ ਆ, ਕਿਉਂਕਿ ਜੇ ਹਿੰਦੁਸਤਾਨ ਦੀ ਗਵਰਨਮੈਂਟ ਦਾ ਉਹ ਆਜ਼ਾਦੀ ਦਾ ਦੇਣ ਆ ਤੇ ਅਸੀਂ ਵੀ ਤਾਂ ਹਿੰਦੁਸਤਾਨੀ ਆ। ਬਿਲਕੁਲ, ਅਸੀਂ ਵੀ ਦੇਖੋ ਦਿੱਲੀ ਜਿੰਨੀ ਸਰਕਾਰ ਦੀ ਉਨੀ ਜਨਤਾ ਦੀ। ਸਾਨੂੰ ਸੰਤ ਬਾਬਾ ਰਣਜੀਤ ਆਪਣੇ ਜਰਨੈਲ ਸਿੰਘ ਭਿੰਡਰਾਂ ਕਹਿੰਦੇ ਸੀਗੇ ਵੀ ਅਸੀਂ ਖਾਲਿਸਤਾਨ ਮੰਗਦੇ ਨਹੀਂ, ਸਾਨੂੰ ਨਹੀਂ ਲੋੜ ਖਾਲਿਸਤਾਨ ਦੀ, ਸਾਨੂੰ ਤਾਂ ਸਾਡੇ ਜਿਹੜੇ ਖਾਲਿਸਤਾਨ ਇਹ ਦੇ ਰਹੇ ਆ, ਤੁਸੀਂ ਆਪ ਦੇਣਾ ਤਾਂ ਅਸੀਂ ਲੈ ਲਵਾਂਗੇ। ਸਾਨੂੰ ਦੋਖੀ ਇੰਨੇ ਦੇ ਰਹੇ ਆਪ ਦੇ ਰਹੇ ਆ। ਜੋ ਹੁਣ ਵੀ ਉੱਥੇ ਗੱਲ ਖੜੀ ਆ, ਉੱਥੇ ਖੜੀ ਆ ਗੱਲ, ਉੱਥੇ ਹੀ ਆ। ਉਦੋਂ ਸਾਨੂੰ ਤਾਂ ਸਾਰਾ ਇਹਨਾਂ ਨੇ ਮਾਰਤਾ ਵੀ ਤੁਸੀਂ ਤਾਂ ਖਾਲਿਸਤਾਨੀ ਆ, ਤੁਸੀਂ ਤਾਂ ਅੱਤਵਾਦੀ ਆ। ਜਿਹੜੇ ਸਾਡੇ ਜੰਮਦੇ ਬੱਚੇ ਸੀ 14 ਸਾਲ ਦੇ, 15 ਸਾਲਾਂ ਦੇ ਮਾਰ ਦਿੱਤੇ ਨਹੀਂ। ਤੁਸੀਂ ਘਰਾਂ ਚੋਂ ਚੱਕ ਮੇਰੇ ਪਿੰਡ ਦੇ ਖੁਦ ਮਾਰੇ ਆ ਜੀ, ਮੇਰੇ ਪਿੰਡ ਦੇ ਖੁਦ ਮਾਰੇ ਸਾਰਿਆਂ ਨੇ ਮਾਰੇ, ਮੇਰੇ ਨਾਲ ਦੇ ਕਲਾਸ ਫੈਲੋ ਮਾਰੇ 4-5 ਤਾਂ। ਚਲੋ ਜੀ ਅਸੀਂ ਆਪਣੇ ਅਸਲੀ ਮੁੱਦੇ ਵੱਲ ਸ਼ਮਸ਼ੇਰ ਸਿੰਘ ਜੀ ਮੁੜੀਏ ਕਿ 26 ਤਰੀਕ ਦਾ ਪ੍ਰੋਗਰਾਮ ਤੇ ਜਿਹੜਾ ਤੈਅ ਹੈ ਕਿ ਟਰੈਕਟਰ ਮਾਰਚ ਜਿਹੜਾ ਹੋ ਕੇ ਰਹੇਗਾ, ਕਿਉਂਕਿ ਕਿਸਾਨਾਂ ਨੇ 58 ਦਿਨ ਦੇ ਵਿੱਚ ਇਹ ਗੱਲ ਦਿਖਾ ਦਿੱਤੀ ਹੈ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ, ਭਾਰਤ ਦੀ ਜਨਤਾ ਨੂੰ ਤੇ ਬਾਅਦ ਦੀਆਂ ਸਰਕਾਰਾਂ ਨੂੰ ਵੀ ਕਿ ਅਸੀਂ ਜੋ ਕਹਿੰਦੇ ਅਸੀਂ ਕਰਦੇ ਹਾਂ।
ਅਸੀਂ ਜੋ ਕੁਝ ਵੀ ਕਰ ਰਹੇ ਹਾਂ ਸ਼ਾਂਤਮਈ ਤਰੀਕੇ ਦੇ ਨਾਲ ਕਰ ਰਹੇ ਹਾਂ ਤੇ ਸ਼ਾਂਤਮਈ ਤਰੀਕੇ ਦੇ ਨਾਲ ਹੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਵਿਚਰਾਂਗੇ। ਲੇਕਿਨ ਉਹਨਾਂ ਦੇ ਵਿੱਚ ਭੜਕਾਟ ਪੈਦਾ ਕਰਨ ਵਾਸਤੇ ਸਰਕਾਰ ਜਿਹੜੀ ਪੂਰੀ ਉਹ ਕੋਸ਼ਿਸ਼ ਜਿਹੜੀ ਉਹ ਕਰ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ 26 ਜਨਵਰੀ ਵਾਲੇ ਦਿਨ ਇੱਕ ਪਾਸੇ ਤੇ ਕਿਸਾਨਾਂ ਨੇ ਇਹ ਕਹਿਤਾ ਵੀ ਅਸੀਂ ਜਿਹੜਾ ਇਹ ਟਰੈਕਟਰ ਮਾਰਚ ਜਿਹੜੀ ਟਰੈਕਟਰ ਦੀ ਪਰੇਡ ਉਦੋਂ ਸ਼ੁਰੂ ਕਰਾਂਗੇ ਜਦੋਂ ਸਰਕਾਰੀ ਪਰੇਡ ਖਤਮ ਹੋ ਜਾਏਗੀ, ਕਿਉਂਕਿ ਉਸੇ ਦਿਨ ਗਣਤੰਤਰ ਦਿਵਸ ਆ, ਸਰਕਾਰ ਨੇ ਵੀ ਉਸ ਦਿਨ ਮਨਾਉਣਾ ਆ। ਬਿਲਕੁਲ। ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡਾ ਪ੍ਰੋਗਰਾਮ ਖਰਾਬ ਨਾ ਹੋਵੇ, ਤੁਹਾਡੀ ਪਰੇਡ ਦੇ ਵਿੱਚ ਕੋਈ ਖਨਨ ਨਾ ਪਵੇ, ਇਸ ਕਰਕੇ ਅਸੀਂ ਇਹ ਪ੍ਰੋਗਰਾਮ ਜਿਹੜਾ ਲਿਖਿਆ, ਕਿਉਂਕਿ ਜਿੰਨਾ ਹੱਕ ਤੁਹਾਡਾ ਦਿੱਲੀ ਸਰਕਾਰ ਦਾ ਹੈ ਇਸ ਵੇਲੇ ਦਿੱਲੀ ਦੇ ਉੱਪਰ, ਉਨਾ ਹੀ ਜਨਤਾ ਦਾ। ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜਾ ਕਿਸਾਨਾਂ ਨੇ ਬੜਾ ਸੋਚ ਸਮਝ ਕੇ ਜਿਹੜਾ ਫੈਸਲਾ ਕੀਤਾ ਹੈ ਕਿ ਸਰਕਾਰੀ ਪਰੇਡ ਦੇ ਵਿੱਚ ਕੋਈ ਇਹੋ ਜਿਹਾ ਕੰਮ ਖਰਾਬ ਨਾ ਹੋਵੇ ਤੇ ਸਾਡੇ ਤੇ ਕੋਈ ਇਲਜ਼ਾਮ ਨਾ ਲੱਗੇ, ਇਹਨੂੰ ਤੁਸੀਂ ਕਿੱਥੇ ਤੱਕ ਸਹੀ ਮੰਨਦੇ ਹੋ ਕਿ ਉਸ ਦਿਨ ਦੋ ਪਰੇਡਾਂ ਹੋਣੀਆਂ ਨੇ, ਇੱਕ ਪਰੇਡ ਕਿਸਾਨਾਂ ਦੀ ਤੇ ਇੱਕ ਸਰਕਾਰ ਦੀ? ਮੇਰੇ ਹਿਸਾਬ ਨਾਲ ਤੇ ਬਹੁਤ ਵਧੀਆ ਉਹਨਾਂ ਦਾ ਫੈਸਲਾ। ਤੁਸੀਂ ਇਸ ਫੈਸਲੇ ਨੂੰ ਕਿੱਥੋਂ ਤੱਕ ਮੰਨਦੇ ਹੋ ਕਿ ਦੋਵੇਂ ਪਰੇਡਾਂ ਸੇਮ ਟਾਈਮ ਹੋਣੀਆਂ ਚਾਹੀਦੀਆਂ? ਕਿਉਂਕਿ ਅੱਜ ਤੱਕ ਦੁਨੀਆ ਦਾ ਆਪਣੇ ਭਾਰਤ ਦਾ ਇਤਿਹਾਸ ਹੈ ਕਿ ਸਵੇਰੇ 10 ਵਜੇ ਪਰੇਡ ਹੁੰਦੀ ਹੈ, 10 ਤੋਂ 11 ਵਜੇ ਦਾ ਇੱਕ ਘੰਟੇ ਦਾ ਟਾਈਮ ਹੈ। ਲੇਕਿਨ ਇਹ ਜਿਹੜੀ ਟਾਈਮ ਕਿਸਾਨਾਂ ਨੇ ਮਿੱਥਿਆ ਜਾ ਕੇ ਦੁਪਹਿਰੋਂ ਬਾਅਦ ਮਿੱਥਿਆ, ਉਸ ਟਾਈਮ ਜਦੋਂ ਕਿ ਸਰਕਾਰੀ ਪਰੇਡ ਦੇ ਹਿਸਾਬ ਨਾਲ, ਕਾਨੂੰਨ ਦੇ ਹਿਸਾਬ ਦੇ ਨਾਲ ਉਹ ਟਾਈਮ ਨਹੀਂ ਬਣਦਾ। ਤੁਸੀਂ ਕੀ ਸੋਚਿਆ ਵੀ ਉਹ ਟਾਈਮ ਦੇ ਹਿਸਾਬ ਨਾਲ ਉਹਨਾਂ ਕੀਤਾ ਕਿ ਜਾਂ ਆਪਣੀ ਜਿਹੜੀ ਉਹਨਾਂ ਤੇ ਕੋਈ ਇਲਜ਼ਾਮ ਲੱਗ ਸਕਦੇ ਉਹਨਾਂ ਤੋਂ ਬਚਣ ਵਾਸਤੇ ਇਹਨਾਂ ਨੇ ਜਿਹੜੀ ਟਾਈਮ ਅੱਗੇ ਪਿੱਛੇ ਕੀਤਾ? ਜਿਹੜੀ ਪਰੇਡ ਹੈ ਨਾ ਭੱਟੀ ਸਾਹਿਬ ਜੀ, ਇਹ ਪਰੇਡ ਤੇ ਉਹਦੀ ਹੁੰਦੀ ਆ ਜਿਨ੍ਹਾਂ ਨੂੰ ਖੁਸ਼ੀ ਹੋਵੇ। ਸਾਡਾ ਤੇ ਆ ਪ੍ਰੋਟੈਸਟ, ਸਾਡਾ ਤੇ ਕਿਸਾਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਸਾਡਾ ਇਹ ਰੋਸ ਆ, ਤੇ ਇਹਦੇ ਵਿੱਚ ਪਰੇਡ ਵਾਲੀ ਤੇ ਕੋਈ ਗੱਲ ਨਹੀਂ ਹੈਗੀ। ਅਸੀਂ ਤੇ ਡਿਮਾਂਡ ਕਰ ਰਹੇ ਹਾਂ, ਸਾਡੀ ਤੇ ਇੱਕ ਮੰਗ ਆ ਤੇ ਲੋਕ ਦੁਖੀ ਆ, ਹਾਹਾਕਾਰ ਮੱਚੀ ਆ, ਕਿਉਂਕਿ ਮੋਦੀ ਸਾਹਿਬ ਜਦੋਂ ਦੇ ਆਏ ਆ ਇਹਨਾਂ ਨੇ ਜਿੰਨੇ ਫੈਸਲੇ ਲਏ ਆ ਉਹ ਸਾਰੇ ਹੋਲਡ ਤੇ ਪਏ ਆ। ਅਜੇ ਤੱਕ ਕੋਈ ਵੀ ਕੇਸ ਜਿਹੜਾ ਵਾ ਇਹਨਾਂ ਨੇ ਪਾਸ ਕੀਤਾ ਉਹ ਪਾਸ ਨਹੀਂ ਹੋਇਆ। ਹੋਲਡ ਚਾਹੇ ਐਨਆਰਸੀ ਹੋਵੇ ਤੇ ਚਾਹੇ ਹੋਵੇ ਨੋਟਬੰਦੀ, ਚਾਹੇ ਪੀਡੀਜੀ, ਜਿੰਨੇ ਗੈਂਡ ਹੋ ਤੁਸੀਂ, ਜਿੰਨੇ ਵੀ ਜਿਹੜੇ ਇਹਨਾਂ ਦੇ 4 ਵੱਡੇ ਫੈਸਲੇ ਉਹ ਅਜੇ ਤੱਕ ਵੀ ਲਾਗੂ ਨਹੀਂ ਹੋਏ, ਹੋਲਡ ਤੇ ਪਏ, ਉਹ ਲਾਗੂ ਨਹੀਂ ਕਰ ਸਕੇ। ਇਹ ਵੀ ਜਿਹੜਾ ਕਿਸਾਨਾਂ ਵਾਲਾ ਕੇਸ ਆ ਇਹ ਵੀ ਹੋਲਡ ਤੇ ਆ, ਕਿਉਂਕਿ ਇਹਨੂੰ ਆਪਣਾ ਜਿਹੜਾ ਸੁਪਰੀਮ ਕੋਰਟ ਉਹ ਵੀ ਕਹਿਤਾ ਉਹਨੇ ਵੀ, ਤੇ ਸਰਕਾਰ ਨੇ ਆਪ ਵੀ ਕਹਿਤਾ ਵੀ ਇਹਨੂੰ ਵੀ 1.5-2 ਸਾਲ ਜਿਹੜਾ ਉਹ ਅੱਗੇ ਪਾ ਦਿੰਦੇ ਆ। ਚਾਹੀਦਾ ਤੇ ਇਹ ਵੀ ਇਹਨੂੰ ਅੱਗੇ ਪਾ ਦਿੰਦੇ, ਸਰਕਾਰ ਜਿਹੜੀ ਉਹ ਅੱਗੇ ਪਾ ਦਿੰਦੀ ਆਪਣੇ ਵੱਲੋਂ। ਮੇਰੇ ਹਿਸਾਬ ਨਾਲ ਉਦੋਂ ਤੱਕ ਪਾਉਂਦੀ ਜਦੋਂ ਤੱਕ ਇਹਨਾਂ ਦੀ ਸਰਕਾਰ ਦੀ ਲਿਮਟ ਹੈ, ਜਦੋਂ ਤੱਕ ਇਹਨਾਂ ਦੀ ਸਰਕਾਰ ਹੈ, ਮਤਲਬ 24 ਤੱਕ ਕਰਨਾ ਚਾਹੀਦਾ ਹੈ, ਮਤਲਬ 24 ਤੱਕ ਇਹਨਾਂ ਨੂੰ ਕਰ ਦੇਣਾ ਚਾਹੀਦਾ, ਸਰਕਾਰ ਨੂੰ ਇਹ ਕਰ ਦੇਣਾ ਚਾਹੀਦਾ ਹੈ। ਫਿਰ ਚਲੋ ਕੁਝ ਆਪਾਂ ਸਮਝਦੇ ਹਾਂ, ਕੁਝ ਮਲਮ ਲੱਗਦੀ ਆ, ਫਿਰ ਬੰਦੇ ਕਹਿੰਦੇ ਵੀ ਚਲੋ ਸਰਕਾਰ ਨੇ ਕੁਝ ਮੰਨ ਲਿਆ, ਫਿਰ ਆਪਾਂ ਉਹਨਾਂ ਦੇ ਨਾਲ ਰਲ ਕੇ ਪਰੇਡ ਜਿਹੜੀ ਉਹ ਵੇਖ ਲੈਂਦੇ, ਕਰ ਲੈਂਦੇ। ਹੁਣ ਜਿਹੜਾ ਨਾ ਪਰੇਡ ਦਾ ਮੌਕਾ ਦਿੱਤਾ ਨਾ ਕਿਸਾਨਾਂ ਨੂੰ, ਇਹ ਬਹੁਤ ਇੱਕ ਖਤਰਨਾਕ ਮੁੱਦਾ ਵਾ। ਇਹਦੇ ਵਿੱਚ ਬਹੁਤ ਵੱਡਾ ਸਾਡਾ ਨੁਕਸਾਨ ਵੀ ਹੋ ਸਕਦਾ ਹੈ, ਕਿਉਂਕਿ ਜਾਂ ਤੇ ਇੱਥੇ ਉਹ ਹੋਲਡ ਕਰ ਲੈਂਦੇ ਵੀ 1.5-2 ਸਾਲ ਤੱਕ ਇਹ ਜਿਹੜਾ ਹੋਲਡ ਆ, ਤੇ ਹੁਣ ਤੁਸੀਂ ਬਾਅਦ 1.5 ਸਾਲ ਬਾਅਦ 2 ਸਾਲ ਬਾਅਦ ਗੱਲ ਕਰਾਂਗੇ। ਜਿਹੜੀ 1.5 ਸਾਲ ਤੱਕ ਗੱਲ ਹੈ, ਤਾਂ ਮਤਲਬ ਇਹ ਹੈ ਕਿ ਉਹ ਆਪਣਾ 1 ਸਾਲ ਬਚਾਉਣਾ ਚਾਹੁੰਦੇ ਨੇ ਕਿ ਇਹ ਜਿਹੜਾ ਅੰਦੋਲਨ ਇਹਨੂੰ ਕਿਸੇ ਤਰੀਕੇ ਖਤਮ ਕਰਾਇਆ ਜਾਏ, ਲੋਕ ਘਰਾਂ ਨੂੰ ਮੁੜ ਜਾਣ ਤੇ 1.5 ਸਾਲ ਬਾਅਦ ਅਸੀਂ ਫਿਰ ਇਹਨੂੰ ਲਾਗੂ ਕਰ ਦਈਏ। ਮੇਰਾ ਇਹ ਮੰਨਣਾ ਵਾ ਵੀ 26 ਤੋਂ ਪਹਿਲਾਂ ਇਹ ਫੈਸਲਾ ਹੋ ਜਾਣਾ ਚਾਹੀਦਾ ਹੈ। ਜਿਹੜਾ ਹੁਣ ਇਹਦੇ ਸਭ ਤੋਂ ਵੱਡਾ ਰਿਸਕ ਕਿਸਾਨਾਂ ਨੂੰ ਆ, ਕਿਉਂਕਿ ਕਿਸਾਨਾਂ ਦਾ ਸ਼ਾਂਤਮਈ ਜਿਹੜਾ ਉਹ ਅੱਜ ਤੱਕ ਰਿਹਾ ਵਾ, ਤੇ ਜਿਹੜਾ 26 ਦੇ ਇਕੱਠ ਆ ਬਹੁਤ ਵੱਡਾ ਵਾ। ਇਹਦੇ ਪਤਾ ਨਹੀਂ ਕੀ ਹੋ ਜਾਣਾ ਤੇ ਕੀ ਕਰਾ ਦੇਣਾ ਏਜੰਸੀਆਂ ਨੇ। ਅਸੀਂ ਇਹਦੇ ਚ ਡਾਊਨ ਵੀ ਹੋ ਸਕਦੇ ਆ, ਫੇਲ ਵੀ ਹੋ ਸਕਦੇ ਆ, ਬਹੁਤ ਵੱਡਾ ਰਿਸਕ ਆ। ਮਹਾਰਾਜ ਕਰੇ, ਅਸੀਂ ਅਰਦਾਸ ਕਰਦੇ ਸਾਰੇ ਭਾਈ ਵੀ ਇਹ ਕਾਮਯਾਬ ਹੋ ਜੇ ਤੇ ਕੋਈ ਉੱਥੇ ਨੁਕਸਾਨ ਨਾ ਕਿਸੇ ਦਾ ਹੋਵੇ। ਅੱਛਾ ਜੀ, ਇਹ ਸਨ ਸਾਡੇ ਨਾਲ ਅੱਜ ਸਤਿਕਰਤਾਰ ਟੀਵੀ ਦੇ ਸਟੂਡੀਓ ਵਿੱਚ ਬੈਠੇ ਭਾਈ ਸਾਹਿਬ ਜਸਵਿੰਦਰ ਸਿੰਘ ਜੀ ਪਾਸਲਾ ਤੇ ਭਾਈ ਸ਼ਮਸ਼ੇਰ ਸਿੰਘ ਜੀ ਅੰਮ੍ਰਿਤਸਰ, ਜਿਨ੍ਹਾਂ ਨੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਉਮੀਦ ਹੈ ਕਿ ਤੁਹਾਨੂੰ ਜਿਹੜੀ ਅੱਜ ਦੀ ਵਿਚਾਰ ਚਰਚਾ ਉਹ ਜ਼ਰੂਰ ਪਸੰਦ ਆਵੇਗੀ, ਕਿਉਂਕਿ ਅਸੀਂ ਜਿੰਨੇ ਵੀ ਮਸਲੇ ਕਿਸਾਨ ਅੰਦੋਲਨ ਨਾਲ ਸੰਬੰਧਿਤ ਨੇ ਇਹਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਨਵੀਂ ਗੱਲ ਲੈ ਕੇ ਤੁਹਾਡੇ ਨਾਲ ਅਸੀਂ ਹਾਜ਼ਰ ਹੁੰਦੇ ਹਾਂ। ਤੇ ਅੱਜ ਦਾ ਜਿਹੜਾ ਨਵਾਂ ਮਸਲਾ ਸੀ 26 ਜਨਵਰੀ ਦੀ ਪਰੇਡ ਦਾ, ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਸਾਡੇ ਨਾਲ ਜਿਹੜੇ ਸਟੂਡੀਓ 'ਚ ਸ਼ਖਸੀਅਤਾਂ ਪਹੁੰਚੀਆਂ ਨੇ ਉਹਨੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ, ਤੇ ਨਾਲ ਹੀ ਜੋ ਦੇਸ਼ ਦੀ ਜਿਹੜੀ ਹੈ ਇੰਟੈਲੀਜੈਂਸ ਏਜੰਸੀ ਹੈ ਉਹਨੇ ਜੋ ਧੱਕਾ ਕਿਸਾਨਾਂ ਤੋਂ ਡਰਾਉਣ ਵਾਸਤੇ ਇਸ ਅੰਦੋਲਨ ਨੂੰ ਫੇਲ ਕਰਨ ਵਾਸਤੇ ਕੀਤਾ, ਉਹਦੇ ਨਾਲ ਵੀ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ। ਉਮੀਦ ਹੈ ਕਿ ਸਾਡੇ ਵਿਚਾਰ ਤੁਹਾਨੂੰ ਜ਼ਰੂਰ ਚੰਗੇ ਲੱਗੇ ਹੋਣਗੇ। ਬੋਲਦਿਆਂ ਚੱਲਦਿਆਂ ਜੇਕਰ ਸਾਡੇ ਜਿਹੜੇ ਮਹਿਮਾਨ ਨੇ ਇਹਨਾਂ ਕੋਲੋਂ ਜਾਂ ਮੇਰੇ ਕੋਲੋਂ ਕੋਈ ਗਲਤ ਗੱਲ ਮੂੰਹ ਚੋਂ ਨਿਕਲ ਗਈ ਹੋਵੇ ਤਾਂ ਉਮੀਦ ਹੈ ਕਿ ਤੁਸੀਂ ਜ਼ਰੂਰ ਸਾਨੂੰ ਮਾਫ ਕਰੋਗੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫੇਰ ਕੋਈ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਫੇਰ ਅਸੀਂ ਇਸੇ ਸਟੂਡੀਓ 'ਚ ਫੇਰ ਹਾਜ਼ਰ ਹੋਵਾਂਗੇ। ਭੁੱਲਾਂ ਚੁੱਕਣ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।